D4 न्यूज़ देख रहे तमाम दोस्तों को दीपक भंडारी का नमस्कार। आज डॉक्टरों की ओर से इंडियन मेडिकल एसोसिएशन की कॉल पर अमृतसर की शाखा की ओर से भी हड़ताल की गई है। आपको देखिए, इसको सिंबॉलिक हड़ताल है। ये काले बिले लगाकर काली इन्होंने टी शर्ट पहन रखी है, पीछे काले ही बैनर लगा रखे हैं जिसमें लिखा है सेव द सेवियर। आखिरकार डॉक्टरों को किस बात का डर है? कोरोना की महामारी के दौरान इन्होंने फ्रंट वॉरियर होकर काम किया, कई डॉक्टरों की जान भी चलेगी, तो डॉक्टरों को किस बात का डर है? हमारे साथ हैं इंडियन मेडिकल एसोसिएशन के प्रदेश अध्यक्ष डॉक्टर केडी सिंह। इनसे बात करते हैं। डॉक्टर साहब, आखिरकार डॉक्टरों के मन 'ਚ क्यों डर है भी ਤੁਸੀਂ ਅੱਜ ਤੁਹਾਨੂੰ ਜਿਹੜੀ ਸਿੰਬੋਲਿਕ ਹੜਤਾਲ ਕਰਨੀ ਪਈ ਹੈ? ਭੰਡਾਰੀ ਸਾਹਿਬ, ਤੁਸੀਂ ਦੇਖ ਰਹੇ ਜੇ ਪਿਛਲੇ 1 ਸਾਲ ਦੇ ਵਿੱਚ 1600 ਡਾਕਟਰਸ ਨੇ ਆਪਣੀ ਜਾਨ ਦਿੱਤੀ ਹੈ ਕਰੋਨਾ ਦੀ ਜੰਗ ਦੇ ਵਿੱਚ। ਇਸ ਦੇ ਬਾਵਜੂਦ ਵੀ ਇਹ ਵਾਇਲੈਂਸ ਅਗੇਂਸਟ ਡਾਕਟਰਸ, ਇਹਨਾਂ ਦੀ ਡਾਕਟਰਸ ਦੀ ਜਿਹੜੀ ਮਾਰ ਕੁਟਾਈ ਹੈ, ਹਸਪਤਾਲਾਂ ਦੇ ਜਿਹੜੇ ਨੁਕਸਾਨ ਹੈ, ਇਹ ਇੰਨਾ ਕੁ ਵੱਧ ਗਿਆ ਵੀ ਹਿੰਦੁਸਤਾਨ ਦੀ ਕੋਈ ਵੀ ਸਟੇਟ ਇਸ ਤੋਂ ਨਹੀਂ ਬਚੀ। ਅਸਾਮ, ਬੰਗਾਲ, ਬਿਹਾਰ, ਯੂਪੀ, ਯੂ ਨੇਮ ਇਟ, ਦਿੱਲੀ, ਹਰਿਆਣਾ ਐਂਡ ਪੰਜਾਬ। ਡਾਕਟਰ ਸਾਹਿਬ, ਪੈਂਡੇਮਿਕ ਦੇ ਦੌਰਾਨ ਵਧਿਆ ਅਗੇਂਸਟ ਦੀ ਵਾਇਲੈਂਸ ਅਗੇਂਸਟ ਦੀ ਡਾਕਟਰ ਜਾਂ ਪਹਿਲੇ ਹੀ ਸੀਗਾ? ਇਹ ਪਹਿਲੇ ਵੀ ਬਹੁਤ ਜ਼ਿਆਦਾ ਸੀ, ਪਰ ਪੈਂਡੈਮਿਕ ਦੇ ਦੌਰਾਨ ਇਹ ਵੀ ਇੱਕ ਨਵੀਂ ਸਾਨੂੰ ਪੈਂਡੈਮਿਕ ਮਿਲ ਗਈ ਹੈ ਵੀ ਹਰ ਜਗ੍ਹਾ ਤੇ ਡਾਕਟਰਸ ਦੇ ਖਿਲਾਫ ਵਾਇਲੈਂਸ ਹੋ ਰਹੀ ਹੈ। ਡਾਕਟਰ ਸਾਹਿਬ, ਤੁਸੀਂ ਇਹਨੂੰ ਕਾਰਨ ਕੀ ਸਮਝਦੇ ਹੋ ਵੀ ਕੀ ਰੀਜ਼ਨ ਹੈ ਵੀ ਡਾਕਟਰਾਂ ਦੇ ਅਗੇਂਸਟ ਹਮੇਸ਼ਾ ਵਾਇਲੈਂਸ ਹੁੰਦਾ? ਇਹਦੇ ਸਭ ਤੋਂ ਵੱਡਾ ਕਾਰਨ ਇਹ ਹੈਗਾ ਅਨਐਕਸਪੈਕਟਿਡ ਡੈਥਸ। ਹੁਣ ਕਰੋਨਾ ਇੱਕ ਇਹੋ ਜਿਹੀ ਬਿਮਾਰੀ ਹੈ, ਪੇਸ਼ੈਂਟ ਨੂੰ ਤੇ ਘਰ ਬੈਠੇ ਪਤਾ ਵੀ ਨਹੀਂ ਲੱਗਦਾ ਉਹਦੀ ਆਕਸੀਜਨ ਸੈਚੂਰੇਸ਼ਨ ਕਿੰਨੀ ਘਟ ਗਈ ਹੈ। ਜਦੋਂ ਹਸਪੀਟਲ ਲੈ ਕੇ ਆਉਂਦੇ ਨੇ, ਜਦੋਂ ਬਹੁਤ ਤੰਗ ਹੁੰਦਾ ਤੇ ਉਹਨੂੰ ਬਚਾਉਣ ਦਾ ਕੋਈ ਹੀਲਾ ਵਸੀਲਾ ਕਰਕੇ ਵੀ ਤੁਸੀਂ ਨਹੀਂ ਬਚਾ ਸਕਦੇ। ਤੇ ਮਰੀਜ਼ ਲਈ ਇਹ ਬੜੀ ਅਨਐਕਸਪੈਕਟਿਡ ਗੱਲ ਹੁੰਦੀ ਹੈ। ਉਹ ਸਮਝਦੇ ਵੀ ਹਾਂ ਸਾਡਾ ਮਰੀਜ਼ ਤੇ ਚੰਗਾ ਭਲਾ ਹੋਸ਼ ਵਿੱਚ ਆਇਆ ਸੀ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅੰਦਰ ਉਹਦੇ ਕੀ ਸੀ। ਲੰਗਸ ਉਹਦੇ ਕੰਮ ਨਹੀਂ ਸੀ ਕਰਦੇ ਪਏ, 50% ਦੀ ਆਕਸੀਜਨ ਰਹਿ ਗਈ ਸੀ, ਉਹਦੇ ਨਾਲ ਹਾਰਟ ਵੀ ਫੇਲ ਹੋਣਾ ਤੇ ਲਿਵਰ ਵੀ ਫੇਲ ਹੋਣਾ ਤੇ ਬ੍ਰੇਨ। ਤੁਹਾਨੂੰ ਕੀ ਲੱਗਦਾ ਫਿਰ ਪੇਸ਼ੈਂਟ ਨੂੰ ਐਕਸਪਲੇਨ ਨਹੀਂ ਕੀਤਾ ਜਾਂਦਾ ਵੀ ਜਦੋਂ ਇਹ ਵਾਇਲੈਂਟ ਹੋ ਜਾਂਦੇ ਆ ਵੀ ਕਿਤੇ ਨਾ ਕਿਤੇ ਉਹ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ ਹੈ? ਦੇਖੋ, ਇਸ ਤਰ੍ਹਾਂ ਲੈਕ ਆਫ ਪ੍ਰੋਪਰ ਕਮਿਊਨੀਕੇਸ਼ਨ ਵਿਦ ਦੀ ਪੇਸ਼ੈਂਟ, ਇਹ ਜ਼ਰੂਰ ਹੈ। ਥੋੜ੍ਹਾ ਬਹੁਤਾ ਇਹਦਾ ਹਿੱਸਾ ਹੈਗਾ, ਇੰਪੋਰਟੈਂਟ ਹਿੱਸਾ ਹੀ ਹੋਏਗਾ। ਪਰ ਸਮੱਸਿਆ ਇਹ ਹੈਗੀ ਹੈ ਵੀ ਜਦੋਂ ਤੁਸੀਂ ਕਰੋਨਾ ਦੇ ਪੇਸ਼ੈਂਟ ਨੂੰ ਲੈਂਦੇ ਜੇ, ਤੁਸੀਂ ਉਹਨੂੰ ਅੰਦਰ ਦਾਖਲ ਕਰ ਲਿਆ ਕਰੋਨਾ ਯੂਨਿਟ ਦੇ ਵਿੱਚ, ਅਟੈਂਡੈਂਟਸ ਦਿਨ 'ਚ ਸਿਰਫ 5-10 ਮਿੰਟ ਜਾਂਦੇ ਨੇ, ਮਿਲ ਕੇ ਆ ਜਾਂਦੇ ਨੇ, ਮਰੀਜ਼ ਤੇ ਇਕੱਲਾ ਪਿਆ ਨਾ। ਪੇਸ਼ੈਂਟ ਨੂੰ ਆਪਣੀ ਹਾਲਤ ਦੱਸਣ ਲਈ ਜਾਂ ਡਾਕਟਰ ਨੂੰ ਮਰੀਜ਼ ਦੀ ਹਾਲਤ ਦੱਸਣ ਲਈ ਅਟੈਂਡੈਂਟਸ ਨੂੰ ਇੰਨਾ ਟਾਈਮ ਹੀ ਨਹੀਂ। ਜੇ ਦੱਸਦੇ ਆ, ਉਹ ਐਕਸਪੈਕਟ ਨਹੀਂ ਕਰਦੇ, ਉਹ ਸੋਚਦੇ ਵੀ ਸਾਡਾ ਮਰੀਜ਼ ਅੰਦਰ ਚੰਗਾ ਭਲਾ ਹੋਸ਼ ਵਿੱਚ ਪਿਆ ਹੈਗਾ। ਅੱਛਾ ਡਾਕਟਰ ਸਾਹਿਬ, ਇਹ ਤਾਂ ਹੁਣ ਹੋ ਗਈ ਕਰੋਨਾ ਦੀ ਗੱਲ। ਇਸ ਤੋਂ ਪਹਿਲੇ ਵੀ ਡਾਕਟਰਾਂ ਦੇ ਅਗੇਂਸਟ ਕਈ ਤਰ੍ਹਾਂ ਦੀ ਵਾਇਲੈਂਸ ਹੋਈ, ਤੁਸੀਂ ਕਾਫੀ ਆਵਾਜ਼ ਵੀ ਚੁੱਕੀ। ਕਿ ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਡਾਕਟਰਾਂ ਦੀ ਜਿਹੜੀ ਆਵਾਜ਼ ਹੈ ਸਰਕਾਰ ਤੱਕ ਪਹੁੰਚਦੀ ਨਹੀਂ ਜਾਂ ਸਰਕਾਰ ਸੁਣ ਕੇ ਇਗਨੋਰ ਕਰ ਦਿੰਦੀ ਹੈ? ਦੇਖੋ, ਸਰਕਾਰ ਸੁਣ ਕੇ ਇਗਨੋਰ ਕਰਦੀ, ਆਵਾਜ਼ ਤੇ ਪਹੁੰਚਦੀ ਹੈ। ਡਾਕਟਰ ਦੇ ਹਰ ਘਰ 'ਚ ਹੈ, ਸਾਡੇ MLA ਦੇ ਰਿਸ਼ਤੇਦਾਰਾਂ 'ਚ ਵੀ ਤੇ ਡਾਕਟਰ ਹੋਣਗੇ, MPs ਦੇ ਰਿਸ਼ਤੇਦਾਰਾਂ 'ਚ ਵੀ ਹੋਣਗੇ। ਆਵਾਜ਼ ਪਹੁੰਚਦੀ ਹੈ, ਪਰ ਇਹ ਗਵਰਨਮੈਂਟ ਇੰਨੀ ਇਨਸਟੇਜੀਐਂਟ ਹੈ, ਕਿਸੇ ਚੀਜ਼ ਨੂੰ ਸੁਣ ਕੇ ਰਾਜੀ ਨਹੀਂ। ਉਹਦੇ ਡਾਕਟਰ ਸਾਹਿਬ, ਤੁਸੀਂ ਕੀ ਸਮਝਦੇ ਹੋ ਜਿਹੜੇ ਡਾਕਟਰ ਆਪਣੀ ਇਕਜੁੱਟ ਨਹੀਂ ਹੈ ਤਾਂ ਹੀ ਆਪਣੀ, ਕਿਉਂਕਿ ਇੱਕ ਬਹੁਤ ਵੱਡੀ ਕਮਿਊਨਿਟੀ ਹੈ, ਇੱਕ ਡਾਕਟਰ ਇੱਕ ਦੇਸ਼ ਬਹੁਤ ਵੱਡਾ ਹਿੱਸਾ ਹੈ ਸਮਾਜ ਦਾ ਡਾਕਟਰ, ਤੇ ਜੇ ਪ੍ਰਾਈਵੇਟ ਸੈਕਟਰ ਨਾ ਹੋਵੇ ਤੇ ਹਾਲਾਤ ਕੀ ਹੁੰਦੇ ਸਭ ਨੂੰ ਪਤਾ ਹੈ। ਕਿਆ ਤੁਸੀਂ ਆਪਣੀ ਆਵਾਜ਼ ਉੱਥੇ ਪਹੁੰਚਾਉਣ 'ਚ ਨਾਕਾਮਯਾਬ ਰਹਿੰਦੇ ਹੋ ਜਾਂ ਕੋਈ ਇਹਦੇ ਪਿੱਛੇ ਕੋਈ ਹੋਰ ਕਾਰਨ ਹੈ? ਤੁਸੀਂ ਇਹ ਦੇਖੋ, ਅਸੀਂ 4 ਲੱਖ ਡਾਕਟਰਸ ਦੀ ਆਰਗੇਨਾਈਜੇਸ਼ਨ ਹੈ ਔਰ ਪੂਰੇ ਇਕਜੁੱਟ ਆ। ਸਾਡੇ ਕਿਧਰੇ ਦੋ ਰਾਏ ਨਹੀਂ ਹੈਗੀਆਂ ਵੀ ਇਹ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ, ਸਾਨੂੰ ਕੋਈ ਐਕਟ ਨਹੀਂ ਚਾਹੀਦਾ। ਇਸ ਗੱਲ ਦੇ ਵਿੱਚ ਸਾਰੇ ਇਕਜੁੱਟ ਨੇ, ਇੱਕ ਆਵਾਜ਼ ਨੇ। ਫਿਰ ਕੀ ਰੀਜ਼ਨ ਹੈ ਡਾਕਟਰ ਸਾਹਿਬ ਤੁਹਾਡੀ ਗੱਲ ਨਹੀਂ ਸਰਕਾਰ ਸੁਣ ਰਹੀ? 4 ਲੱਖ ਦੇਖੋ, 4 ਲੱਖ ਜੇ ਤੁਸੀਂ ਡਾਕਟਰ ਹੋ ਤੇ ਲੱਖਾਂ ਲੋਕਾਂ ਨੂੰ ਤੁਸੀਂ ਅੰਪਲਾਈ ਕੀਤਾ ਹੋਇਆ ਹੈ, ਤੁਹਾਡੇ ਪਰਿਵਾਰ ਦੇ ਸਦੱਸਿਆ ਨੇ। ਵੋਟ ਬੈਂਕ ਦੀ ਰਾਜਨੀਤੀ ਹੈ। ਉਸ ਦੀ ਗੱਲ ਪਤਾ ਕੀ ਹੈ, ਡਾਕਟਰਸ ਬੜਾ ਵੱਡਾ ਵੋਟ ਬੈਂਕ ਨਹੀਂ ਹੈਗੇ। ਇਹ ਵਾਈਟ ਕਾਲਰ ਵਰਕਰ ਨੇ, ਇਹ ਜਿੰਦਾਬਾਦ ਮੁਰਦਾਬਾਦ ਨਹੀਂ ਕਰ ਸਕਦੇ। ਦੇ ਹੈਵ ਨੋ ਨਿਊਸੈਂਸ ਵੈਲਿਊ, ਠੀਕ ਹੈ ਨਾ। ਅਨਫੋਰਚੂਨੇਟਲੀ ਸੈਂਟਰਲ ਹੈਲਥ ਮਿਨਿਸਟਰ ਇਜ਼ ਅ ਡਾਕਟਰ, ਕੁਆਲੀਫਾਈਡ ਡਾਕਟਰ, ਪਰ ਉਹ ਵੀ ਜਾ ਕੇ ਆਯੁਸ਼ ਤੇ ਇਹ ਦੂਜੇ ਤੀਜੇ ਸਿਸਟਮ ਨੂੰ ਪ੍ਰਮੋਟ ਕਰ ਰਿਹਾ। ਉਹਦੇ ਆਪਣੇ ਡਾਕਟਰਸ ਦੀ ਤਾਂ ਕੋਈ ਪਰਵਾਹ ਨਹੀਂ। ਪਾਰਲੀਮੈਂਟ ਸਟੈਂਡਿੰਗ ਕਮੇਟੀ 'ਚ ਹੈਲਥ ਕੇਅਰ ਪ੍ਰੋਟੈਕਸ਼ਨ ਐਕਟ ਦਾ ਬਿੱਲ ਲਾਸਟ ਈਅਰ ਦਾ ਗਿਆ ਆ। ਉਹਨਾਂ ਨੇ ਇਸ ਬਿੱਲ ਨੂੰ ਪਾਸ ਕਰਨ ਤੋਂ ਹੀ ਨਾ ਕਰ ਦਿੱਤੀ, ਉਹਨੂੰ ਕੋਲਡ ਸਟੋਰ 'ਚ ਪਾਇਆ। ਸਮਝੇ ਨਾ ਮੇਰੀ ਗੱਲ? ਅੱਛਾ ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਵੀ ਡਾਕਟਰਾਂ ਨੂੰ ਦਬਾਉਣਾ ਚਾਹ ਰਹੀ ਹੈ ਗਵਰਨਮੈਂਟ? ਕਿ ਪਿੱਛੇ ਇੱਕ ਐਕਟ ਆਉਣਾ ਸੀਗਾ ਪੰਜਾਬ
ਐਕਟ ਆ ਰਿਹਾ ਸੀਗਾ ਇੱਕ ਡਾਕਟਰਸ ਦੇ ਖਿਲਾਫ, ਤੁਸੀਂ ਬੜਾ ਵਿਰੋਧ ਕੀਤਾ ਸੀ ਉਹਦਾ, ਕੀ ਰੀਜ਼ਨ ਹੈ ਕਿ ਐਸਟੈਬਲਿਸ਼ਮੈਂਟ ਐਕਟ ਆ ਸੀ। ਚਲੋ ਉਹ ਤੇ ਹੋ ਗਿਆ ਸਾਡੀ ਮਰਜ਼ੀ ਮੁਤਾਬਕ ਲੱਗ ਗਿਆ ਉਹ ਜਿੰਨਾ ਕੁ ਲੱਗਣਾ ਸੀ। ਪਰ ਤੁਸੀਂ ਦੇਖੋ ਹਰ ਤਰ੍ਹਾਂ ਦੀ ਐਜੀਟੇਸ਼ਨ ਨੂੰ, ਭਾਵੇਂ ਉਹ ਇੰਟੈਲੈਕਚੁਅਲਸ ਦੀ ਹੈ, ਭਾਵੇਂ ਉਹ ਫਾਰਮਰਸ ਦੀ ਹੈ, ਭਾਵੇਂ ਉਹ ਡਾਕਟਰਸ ਨੇ, ਭਾਵੇਂ ਉਹ ਇੰਜੀਨੀਅਰਸ ਨੇ, ਭਾਵੇਂ ਟੀਚਰਸ ਨੇ, ਤੁਸੀਂ ਮੈਨੂੰ ਇੱਕ ਵੀ ਐਜੀਟੇਸ਼ਨ ਦੱਸੋ ਜਿਹੜੀ ਪਿਛਲੇ 6-7 ਸਾਲਾਂ 'ਚ ਸਕਸੈਸਫੁਲ ਹੋਈ ਹੈ। ਡਾਕਟਰ ਸਾਹਿਬ ਤੁਸੀਂ ਤੁਹਾਡੇ ਕਈ ਅਗੇਂਸਟ ਵਾਇਲੈਂਸ ਦੇ ਅਗੇਂਸਟ ਐਕਟ ਬਣੇ ਹੋਏ ਆ, ਕਿਆ ਉਹ ਇੰਪਲੀਮੈਂਟ ਨਹੀਂ ਹੋ ਪਾ ਰਹੇ ਜਾਂ ਐਕਟ ਬਣੇ ਹੀ ਨਹੀਂ? ਹਿੰਦੁਸਤਾਨ ਦੀਆਂ 23 ਸਟੇਟਾਂ 'ਚ ਐਕਟ ਆਪਣੇ ਐਕਟ ਹੈਗੇ ਨੇ ਫॉर ਵਾਇਲੈਂਸ ਅਗੇਂਸਟ ਹੈਲਥ ਕੇਅਰ ਪ੍ਰੋਫੈਸ਼ਨਲਸ, ਪਰ ਉਹਨਾਂ ਦੀਆਂ ਨਾ ਪ੍ਰੋਪਰ IPC ਸੈਕਸ਼ਨਸ ਨਹੀਂ ਲੱਗੇ ਡਿਕਲੇਅਰ ਹੋਏ। ਅੱਛਾ ਡਾਕਟਰ ਸਾਹਿਬ, ਕਿਆ ਤੁਹਾਨੂੰ ਕੀ ਲੱਗਦਾ ਵੀ ਇੱਕ ਡਾਕਟਰ ਵੋਟ ਬੈਂਕ ਨਹੀਂ ਹੈ, ਇਸ ਕਰਕੇ ਡਾਕਟਰਾਂ ਦੀ ਗੱਲ ਸੁਣੀ ਨਹੀਂ ਜਾ ਰਹੀ? ਮੋਸਟ ਲਾਈਕਲੀ ਇਹੋ ਗੱਲ ਹੈ। ਡਾਕਟਰ ਸਾਹਿਬ ਇੱਕ ਬੜੀ ਕੰਸੈਪਸ਼ਨ ਹੈ ਵੀ ਡਾਕਟਰ ਪੈਸੇ ਬੜੇ ਲੈਂਦੇ ਆ। ਕਈ ਪੈਂਡੈਮਿਕ ਦੇ ਵਿੱਚ ਵੀ ਡਾਕਟਰਾਂ ਨੇ ਕਈਆਂ ਤੇ ਆਰੋਪ ਲੱਗੇ ਵੀ ਬਹੁਤ ਪੈਸੇ ਲਏ, ਹਾਲਾਂਕਿ ਕੈਪਿੰਗ ਕਰ ਦਿੱਤੀ ਸੀ ਗਵਰਨਮੈਂਟ ਨੇ ਵੀ ਇਸ ਤੋਂ ਜ਼ਿਆਦਾ ਪੈਸੇ ਨਹੀਂ ਲੈਣੇ। ਇਹਦੇ ਬਾਵਜੂਦ ਵੀ ਕੁਝ ਹਸਪੀਟਲ ਪੂਰੇ ਆਲ ਓਵਰ ਇੰਡੀਆ 'ਚ ਕੇਸ ਸਾਹਮਣੇ ਆਏ, ਇੱਕ ਡਾਕਟਰਾਂ ਦੇ ਖਿਲਾਫ ਇੱਕ ਇਹ ਔਰਾ ਜਿਹਾ ਕ੍ਰੀਏਟ ਹੋ ਗਿਆ ਵੀ ਇਹ ਬਹੁਤ ਪੈਸੇ ਲੈ ਰਹੇ ਪੈਂਡੈਮਿਕ ਦੇ ਵਿੱਚ ਵੀ। ਸੁਣੋ ਮੇਰੀ ਗੱਲ ਧਿਆਨ ਨਾਲ, ਆਈ ਡੋਂਟ ਟਾਕ ਆਫ ਕਾਰਪੋਰੇਟ ਹਸਪੀਟਲਸ, ਆਪਣੇ ਹਸਪਤਾਲਾਂ ਦੀ ਗੱਲ ਕਰਦੇ ਹਾਂ ਅਸੀਂ ਜਿਹੜੇ ਡਾਕਟਰ ਓਨਡ ਹਸਪਤਾਲ ਨੇ। ਬਾਈ ਐਂਡ ਲਾਰਜ ਜਿਹੜੇ ਸਿੰਪਲ ਕੇਸਿਸ ਆਉਂਦੇ ਨੇ, ਜਿਹੜੇ ਲੈਵਲ 2 ਦੇ ਕੇਸਿਸ ਨੇ ਜਾਂ ਲੈਵਲ 3 ਦੇ ਕੇਸਿਸ ਆਉਂਦੇ ਨੇ, ਉਹ ਸਾਰਿਆਂ ਦੇ ਚਾਰजेस ਜਿਹੜੇ ਗਵਰਨਮੈਂਟ ਨੇ ਫਿਕਸ ਕੀਤੇ ਨੇ ਉਹ ਲੈ ਰਹੇ ਨੇ। ਬਟ ਗਵਰਨਮੈਂਟ ਨੇ ਇਹ ਵੀ ਕਿਹਾ ਵੀ ਜੇ ਅਨਐਕਸਪੈਕਟਡ ਕੰਪਲੀਕੇਸ਼ਨਸ ਹੁੰਦੀਆਂ ਇਹਨਾਂ ਕੇਸਿਸ ਦੇ ਵਿੱਚ, ਉਹਨਾਂ ਦੀ ਦਵਾਈ ਵਗੈਰਾ ਦੇ ਟੈਸਟਾਂ ਦੇ ਖਰਚੇ ਅਲੱਗ ਨੇ। ਸੋ ਫਾਰ ਸੋ ਗੁੱਡ। ਪਰ ਕਈ ਮਰੀਜ਼ ਇੰਨਾ ਲਟਕ ਜਾਂਦੇ ਵਿਚਾਰੇ, ਉਹਨਾਂ ਦੀ ਫਾਈਨੈਂਸ਼ੀਅਲ ਸਟੇਟਸ ਹੀ ਇੰਨਾ ਮਾੜਾ ਹੁੰਦਾ, ਉਹਨਾਂ ਨੇ ਤਾਂ ਕਲਪਨਾ ਹੀ ਹੈ ਨਾ। ਹੁਣ ਦੇਖੋ ਨਾ, ਲੈਵਲ 3 ਦੇ ਕੇਸ 'ਚ 16,500 ਰੁਪਏ ਪਰ ਡੇ ਤੁਸੀਂ ਲੈ ਸਕਦੇ ਜੇ, ਵਿਦ ਮੈਡੀਸਨ, ਵਿਦ ਵੈਂਟੀਲੇਟਰ, ਵਿਦ ਆਕਸੀਜਨ, ਵਿਦ ਐਵਰੀਥਿੰਗ, ਠੀਕ ਹੈ। ਅਤੇ ਉਹਦੇ ਬਾਅਦ ਕਈ ਵਾਰੀ ਇੰਨਾ ਖਰਚਾ ਹੋ ਜਾਂਦਾ ਪੇਸ਼ੈਂਟ 'ਤੇ, ਅਤੇ ਉਹ ਚਾਰजेस ਵੱਧ ਜਾਂਦੇ ਨੇ ਉੱਥੇ। ਫਿਰ ਡਾਕਟਰ ਸਾਹਿਬ ਤੁਸੀਂ ਕੀ ਸਮਝਦੇ ਹੋ ਵੀ ਇਹ ਵੀ ਚੀਜ਼ ਜਿਹੜੀ ਹੈ ਜਦੋਂ ਪੇਸ਼ੈਂਟ ਕੋਲ ਜ਼ਿਆਦਾ ਪੈਸੇ ਲੈ ਜਾਂਦੇ ਨੇ, ਇਹ ਵੀ ਅਗੇਂਸਟ ਦੀ ਜਿਹੜਾ ਡਾਕਟਰਾਂ ਦੇ ਅਗੇਂਸਟ ਵਾਇਲੈਂਸ ਦਾ ਇੱਕ ਰੀਜ਼ਨ ਬੜਾ ਵੱਡਾ ਹੈ? ਬਿਲਕੁਲ 100%। ਡਾਕਟਰ ਸਾਹਿਬ ਇਸ ਗੈਪ ਨੂੰ ਫਿਰ ਖਤਮ ਕੀਤਾ ਜਾ ਸਕਦਾ? ਇਹ ਤੇ ਦੇਖੋ ਜੀ, ਪਹਿਲੀ ਗੱਲ ਤੇ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਸ਼ੁੱਡ ਬੀ ਵਿਦ ਐਵਰੀਬਡੀ, ਹਰ ਇੱਕ ਬੰਦੇ ਨੂੰ। ਕਿਉਂਕਿ ਦੇਖੋ ਬਿਮਾਰੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ, ਨਾ ਇਹ ਟਾਈਮ ਦੇਖਦੀ ਹੈ, ਨਾ ਇਹ ਦਿਨ ਦੇਖਦੀ ਹੈ, ਨਾ ਵਾਰ ਦੇਖਦੀ ਹੈ। ਜਿਸ ਘਰ 'ਚ ਆ ਗਈ ਉਹਨੂੰ ਐਡੀ ਮਹਿੰਗੀ ਬਿਮਾਰੀ, ਕਰੋਨਾ ਘਰ 'ਚ ਇੱਕ ਪੇਸ਼ੈਂਟ ਵੀ ਹੋ ਸਕਦਾ, 2 ਵੀ ਹੋ ਸਕਦੇ, 3 ਵੀ ਹੋ ਸਕਦੇ ਨੇ, ਉਹਦੇ ਘਰ ਉੱਜੜ ਗਿਆ ਨਾ। ਮੇਰੀ ਪਹਿਲੀ ਐਡਵਾਈਸ ਹੈ ਲੋਕਾਂ ਨੂੰ ਬਈ ਹੈਲਥ ਇੰਸ਼ੋਰੈਂਸ ਇਜ਼ ਅ ਮਸਟ, ਠੀਕ ਹੈ। ਦੂਸਰਾ, ਦੇ ਮਸਟ ਸੇਵ ਸਮਥਿੰਗ ਫॉर ਏ ਰੇਨੀ ਡੇ। ਹੈਲਥ ਬਜਟ ਜ਼ਰੂਰ ਹੋਣਾ ਚਾਹੀਦਾ, ਜਿਹੜਾ ਕਿ ਸਾਡੇ ਲੋਕਾਂ ਦਾ ਨਹੀਂ ਹੁੰਦਾ। ਤੁਸੀਂ ਕਿਹਾ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕੋਈ ਮੈਮੋਰੰਡਮ ਵੀ ਦੇਣ ਜਾ ਰਹੇ ਹੋ ਇਹਨੂੰ ਲੈ ਕੇ? ਨਹੀਂ, ਕੋਈ ਮੈਮੋਰੰਡਮ ਨਹੀਂ। ਸਾਡਾ ਪ੍ਰੋਟੈਸਟ ਮੀਡੀਆ ਦੇ ਤੱਕ ਸੀਮਤ ਹੈ। ਡਾਕਟਰ ਸਾਹਿਬ ਕਿੰਨੀ ਦੇਰ ਤੁਸੀਂ ਅੱਜ OPD ਕਰੋਗੇ ਜਾਂ OPD ਬੰਦ ਰੱਖੋਗੇ? ਨਹੀਂ, OPD ਵੀ ਕਰ ਰਹੇ ਅਸੀਂ, ਸਿਰਫ ਇਹ ਸਿੰਬੋਲਿਕ ਪ੍ਰੋਟੈਸਟ ਕਰ ਰਹੇ ਅਸੀਂ ਗਵਰਨਮੈਂਟ ਅੱਗੇ। ਕੁਝ ਕੋਈ ਖਾਸ ਕੇਸ ਹੋਵੇ ਜਿਹਦੇ ਕਰਕੇ ਤੁਹਾਨੂੰ ਇੱਕ ਪ੍ਰੋਟੈਸਟ ਕਰਨਾ ਪੈ, ਕੋਈ ਇੱਕ ਕੇਸ ਜਿਹੜਾ ਕਿ ਹੁਣ ਆਇਆ ਹੋਵੇ ਡਿਊਰਿੰਗ ਕਰੋਨਾ? ਤੁਸੀਂ ਅਸਾਮ ਦੇ ਵਿੱਚ ਇੱਕ ਅਜੇ ਵਿਚਾਰਾ ਇੱਕ ਗ੍ਰੈਜੂਏਟ, ਮੈਡੀਕਲ ਗ੍ਰੈਜੂਏਟ, ਪਹਿਲੇ ਦਿਨ ਹੀ ਆਪਣੀ ਡਿਊਟੀ 'ਤੇ ਗਿਆ, ਇੱਕ ਕਰੋਨਾ ਦਾ ਪੇਸ਼ੈਂਟ ਆਇਆ, ਉਹ ਦੇਖਦੇ ਮਰ ਗਿਆ ਉਸੇ ਵੇਲੇ ਹੀ, ਆਉਂਦੇ ਵਿਦਿਨ ਅ ਫਿਊ ਮਿੰਟਸ। ਉਹ ਘਰਦੇ ਨੇ ਉਹਦੀ ਉਹ ਹਾਲਤ ਕੀਤੀ, 20-25 ਬੰਦਿਆਂ ਨੇ ਉਹਨੂੰ ਇੰਨਾ ਕੁ ਕੁੱਟਿਆ, ਹੀ ਸਸਟੇਨਡ ਹੈਡ ਇੰਜਰੀਜ਼, ਮਲਟੀਪਲ ਐਬਰੇਸ਼ਨਸ, ਫ੍ਰੈਕਚਰਸ, ਅਤੇ ਇਸ ਵੇਲੇ ਵੀ ਉਹ ICU 'ਚ ਪਿਆ। ਹੋਰ ਤੁਸੀਂ ਕੁਝ ਕਹਿਣਾ ਚਾਹੋ? ਮੇਰਾ ਲੋਕਾਂ ਵਾਸਤੇ ਇੱਕੋ ਹੀ ਪੈਗਾਮ ਹੈ ਵੀ ਆਪਣਾ ਧਿਆਨ ਰੱਖੋ। ਕਰੋਨਾ ਦੀ ਤੀਸਰੀ ਵੇਵ ਆ ਗਈ, ਫਿਰ ਮੁਸ਼ਕਿਲ ਹੋਣੀ ਹੈ। ਮੈਂ ਤੁਹਾਨੂੰ ਯਾਦ ਹੈ ਐਸੇ ਹਾਲ 'ਚ ਤੁਹਾਨੂੰ ਮੈਂ 6 ਮਹੀਨੇ ਪਹਿਲੇ ਗਿਆ ਸੀ, ਜਦੋਂ ਸੈਕੰਡ ਵੇਵ ਆ ਗਈ ਤੇ ਮਾਵਾਂ ਨੇ ਬੱਚੇ ਨਹੀਂ ਸੰਭਾਲੇ। ਮੇਰੀ ਇਹੋ ਹੀ ਗੁਜ਼ਾਰਿਸ਼ ਹੈ ਪਬਲਿਕ ਅੱਗੇ ਵੀ ਇੱਕ ਤੇ डिस्टेंसिंग, एक मास्क, हैंड वॉशिंग प्लस वैक्सीनेशन। देखिए ये थे डॉक्टर KD अरोड़ा, जिनका कहना है कि डॉक्टरों के ऊपर जो है हमले होते हैं, क्यों हो रहे हैं पूरे देश में, इसी को लेकर इनकी ओर से सिंबॉलिक हड़ताल की गई है। हम बात करेंगे अमृतसर इंडियन मेडिकल एसोसिएशन की जो प्रधान है डॉक्टर अमनदीप कौर, उनका क्या कहना है। डॉक्टर साहब आज तुसी सिंबॉलिक हड़ताल की है, काले रिबन लगाए हैं, ਤੁਹਾਨੂੰ ਕੀ ਲੱਗਦਾ ਵੀ ਡਾਕਟਰਾਂ ਦੇ ਅਗੇਂਸਟ ਜਿਹੜੀ ਵਾਇਲੈਂਸ ਹੈ
ਉਹ ਕਿਉਂ ਵੱਧ ਰਹੀ ਹੈ ਤੇ ਕਿਆ ਸਰਕਾਰ ਇਹਦੇ ਉੱਪਰ ਕੋਈ ਕੜਾ ਕਾਨੂੰਨ ਨਹੀਂ ਬਣਾ ਰਹੀ ਹੈ? ਵਾਇਲੈਂਸ ਤੇ ਡੈਫੀਨਿਟਲੀ ਵੱਧ ਰਹੀ ਹੈ ਤੇ ਆਬਵੀਅਸ ਰੀਜ਼ਨਸ ਵੀ ਤੁਹਾਨੂੰ ਪਤਾ ਹੈ, ਪਰ ਅੱਜ ਸਾਡੀ ਜਿਹੜੀ ਬੇਸਿਕ ਡਿਮਾਂਡ ਹੈ, ਅਸੀਂ ਸਰਕਾਰ ਤੋਂ ਸਪੋਰਟ ਚਾਹੁੰਦੇ ਹਾਂ ਕਾਨੂੰਨ ਬਣਾ ਕੇ, ਐਂਡ ਜਿਹੜਾ ਕਾਨੂੰਨ ਸਾਡੀਆਂ 23 ਸਟੇਟਸ ਵਿੱਚ ਲਾਗੂ ਹੈ ਉਹਨੂੰ ਆਈਪੀਸੀ ਤੇ ਸੀਆਰਪੀਸੀ ਦਾ ਦਰਜਾ ਦੇਣ ਲਈ ਅਸੀਂ ਮੰਗ ਕਰ ਰਹੇ ਹਾਂ ਸੈਂਟਰਲੀ। ਅੱਛਾ, ਕਾਨੂੰਨ ਉਹ ਬਣ ਚੁੱਕੇ ਹੈ, ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ? 23 ਸਟੇਟਸ ਦੇ ਵਿੱਚ ਪ੍ਰੋਟੈਕਸ਼ਨ ਆਫ ਡਾਕਟਰਸ ਅਗੇਂਸਟ ਵਾਇਲੈਂਸ ਦਾ ਕਾਨੂੰਨ ਲੋਕਲ ਸਟੇਟਸ 'ਚ ਲੱਗ ਰਿਹਾ ਹੋਇਆ, ਪਰ ਉਹਨੂੰ ਆਈਪੀਸੀ ਤੇ ਸੀਆਰਪੀਸੀ ਦਾ ਦਰਜਾ ਦੇਣਾ ਹੈ ਉਹ ਸੈਂਟਰ ਸਰਕਾਰ ਨੇ ਦੇਣਾ। ਦੂਜੀ ਸਾਡੀ ਡਿਮਾਂਡ ਹੈ that healthcare institutes and hospitals should be declared as protected zones, ਜਿਹੜਾ ਕਿ ਬਹੁਤ ਜ਼ਰੂਰੀ, ਕਿਉਂਕਿ ਜਿਹੜੀ ਜਗ੍ਹਾ ਤੇ ਵਾਇਲੈਂਸ ਜ਼ਿਆਦਾ ਹੁੰਦੀ ਹੈ ਉਹਨੂੰ ਪ੍ਰੋਟੈਕਟਡ ਜ਼ੋਨ 'ਚ ਸਰਕਾਰ ਲਵੇ। ਤੇ ਤੀਜੀ ਸਾਡੀ ਡਿਮਾਂਡ ਹੈ ਕਿ ਜਿੱਥੇ ਵੀ ਕਲਪ੍ਰਿਟਸ ਬੁੱਕ ਹੁੰਦੇ ਨੇ ਉਹਨਾਂ ਕੋਰਟਸ 'ਚ ਫਾਸਟ ਟਰੈਕ ਕੋਰਟਸ ਦੇ ਅੰਡਰ ਲੈ ਕੇ ਨਿਆਂ ਸਾਨੂੰ ਛੇਤੀ ਮਿਲੇ। 10-10 ਸਾਲ ਲੱਗ ਜਾਂਦੇ ਨੇ ਕਚਹਿਰੀਆਂ 'ਚੋਂ ਨਿਆਂ ਮੰਗਦੇ ਆ, ਤੇ ਜਦੋਂ ਨਿਆਂ ਮਿਲਦਾ ਵਾ ਉਦੋਂ ਤੱਕ ਉਸ ਚੀਜ਼ ਦੀ ਅਹਿਮੀਅਤ ਹੀ ਖਤਮ ਹੋ ਜਾਂਦੀ ਹੈ। ਸੋ ਵੀ ਆਲ ਨੋ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਸੋ ਸਾਡੀ ਮੰਗ ਹੈ ਸਾਨੂੰ ਨਿਆਂ ਜਦੋਂ ਕੋਈ ਐਕਟ ਦੇ ਅੰਡਰ ਬੁੱਕ ਹੋ ਜਾਂਦਾ ਹੈ ਤੇ ਸਾਨੂੰ ਜਸਟਿਸ ਚਾਹੀਦਾ। ਲੱਗਦਾ ਕਿ ਡਾਕਟਰ ਸਾਹਿਬ ਵੀ ਕੇਸਿਸ ਦਰਜ ਤਾਂ ਹੁੰਦੇ ਆ ਬਟ ਉਹਨਾਂ ਦੇ ਉੱਪਰ ਜਾਂ ਤੇ ਕੋਈ ਵੀ ਫੈਸਲਾ ਜਲਦ ਨਹੀਂ ਆਉਂਦਾ, ਤੁਸੀਂ ਇਹ ਕਹਿ ਰਹੇ ਹੋ? ਕੇਸਿਸ ਦਰਜ ਵੀ ਘੱਟ ਹੁੰਦੇ ਨੇ ਤੇ ਫੈਸਲਾ ਵੀ ਜਲਦੀ ਨਹੀਂ ਆਉਂਦਾ, ਦੋਵੇਂ ਚੀਜ਼ਾਂ ਹੀ ਹੈਗੀਆਂ ਨੇ। ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਐਕਟ ਹੈ ਫॉर ਵਾਇਲੈਂਸ ਅਗੇਂਸਟ ਡਾਕਟਰ ਸਾਡਾ ਐਟਲੀਸਟ ਪੰਜਾਬ ਸਟੇਟ ਦੇ ਵਿੱਚ ਇਹਨੂੰ ਆਈਪੀਸੀ ਤੇ ਸੀਆਰਪੀਸੀ ਦਾ ਦਰਜਾ ਦਿੱਤਾ ਜਾਵੇ। ਡਾਕਟਰ ਸਾਹਿਬ ਇਹਦੇ ਪਿੱਛੇ ਕੌਣ ਹੈ? ਇੱਕ ਲੌਬੀ ਜਾਂ ਪੋਲੀਟੀਕਲ ਲੌਬੀ ਹੈ ਜਿਹੜੀ ਇਹਨੂੰ ਐਕਟ ਨੂੰ ਲਾਗੂ ਨਹੀਂ ਹੋਣ ਦੇ ਰਹੀ, ਜਾਂ ਕੁਝ ਹੋਰ ਰੀਜ਼ਨ ਹੈ ਜੀ? ਦੇਖੋ, ਇਹ ਤੇ ਮੈਂ ਕੁਝ ਵੀ ਨਹੀਂ ਕਹਿ ਸਕਦੀ ਇਹਦੇ ਬਾਰੇ, ਅਸੀਂ ਤੇ ਡਿਮਾਂਡ ਰੱਖ ਸਕਦੇ ਹਾਂ। ਵੀ ਡੂ ਨਾਟ ਨੋ ਵਾਈ ਦਿਸ ਇਜ਼ ਨਾਟ ਬੀਇੰਗ ਇੰਪਲੀਮੈਂਟਡ। ਅੱਛਾ ਡਾਕਟਰ ਸਾਹਿਬ, ਇਹ ਵੀ ਦੇਖਣ 'ਚ ਆਇਆ ਹੁਣ ਬਹੁਤ ਸਾਰੇ ਡਾਕਟਰ ਐਸੇ ਨੇ ਜਿਨ੍ਹਾਂ ਦੇ ਬੱਚੇ ਇਸ ਪ੍ਰੋਫੈਸ਼ਨ 'ਚ ਨਹੀਂ ਆਉਣਾ ਚਾਹੁੰਦੇ, ਤੇ ਕਾਰਨ ਕੀ ਇਹਦਾ? ਤੁਹਾਡੇ ਸਾਹਮਣੇ ਹੀ ਹੈ ਜੀ, ਸਭ ਕੁਝ ਦਿਸਣ ਡਿਆ। ਅਸੀਂ ਲੋਕ ਫਿਜ਼ੀਕਲੀ ਅਬਿਊਜ਼ ਹੁੰਦੇ ਹਾਂ, ਵਰਬਲੀ ਅਬਿਊਜ਼ ਹੋ ਰਹੇ ਹਾਂ, ਇਕਨੋਮਿਕਲੀ ਅਬਿਊਜ਼ ਹੋ ਰਹੇ ਹਾਂ। ਇਕਨੋਮਿਕਲੀ ਮੈਂ ਤਾਂ ਕਹਿ ਰਹੀ ਹਾਂ ਕਿ ਕੋਈ ਵੀ ਬੈਠ ਕੇ ਐਨਾਲਿਸਿਸ ਕਰ ਦਿੱਤਾ ਜਾ ਕੇ ਵਾਟ ਇਜ਼ ਦ ਕੋਸਟਿੰਗ ਆਫ ਟ੍ਰੀਟਿੰਗ ਦ ਪੇਸ਼ੈਂਟ, ਸਪੈਸ਼ਲੀ ਇਨ ਹਾਈ ਐਂਡ ਸਰਜਰੀਜ਼, ਵੈਰੀ ਸਿਕ ਪੇਸ਼ੈਂਟਸ ਜਿਹੜੇ ਬਹੁਤ ਕ੍ਰਿਟੀਕਲ ਯੂਨਿਟਸ ਹੁੰਦੇ ਨੇ, ਕਿ ਕਾਸਟ ਆਫ ਟ੍ਰੀਟਮੈਂਟ ਕੀ ਹੈ। ਕਾਸਟ ਆਫ ਟ੍ਰੀਟਮੈਂਟ 'ਚ ਸਿਰਫ ਡਾਕਟਰ ਪੈਸੇ ਨਹੀਂ ਲੈਂਦੇ, ਕਾਸਟ ਆਫ ਟ੍ਰੀਟਮੈਂਟ 'ਚ ਸਾਡੀਆਂ ਦਵਾਈਆਂ, ਸਾਡੀਆਂ ਆਕਸੀਜਨ, ਸਾਡੀਆਂ ਅਸੈਸਰੀਜ਼, ਸਾਡੀਆਂ ਇਕਵਿਪਮੈਂਟਸ, ਤੇ ਨਾਲ ਦੂਜਾ ਜਿਹੜਾ ਹੁਣ ਫੈਕਟਰ ਬਹੁਤ ਵੱਡਾ ਹੋ ਗਿਆ ਕਿ ਮਰੀਜ਼ ਹਸਪੀਟੈਲਿਟੀ ਵੀ 5 ਸਟਾਰ ਵਾਲੀ ਮੰਗਦਾ ਹਸਪਤਾਲਾਂ ਤੋਂ। ਤੇ ਸਾਡੀ ਕਾਸਟ ਆਫ ਰਨਿੰਗ ਦ ਹਸਪੀਟਲਸ ਐਂਡ ਟ੍ਰੀਟਿੰਗ ਦ ਪੇਸ਼ੈਂਟਸ ਹੈਜ਼ ਇਨਕਰੀਜ਼ਡ ਇਨੋਰਮਸਲੀ। ਜੇ ਸਰਕਾਰ ਸਾਡਾ ਕੰਪੈਰੀਜ਼ਨ ਆਪਣੀਆਂ ਸੰਸਥਾਵਾਂ ਨਾਲ ਕਰਦੀ ਹੈ ਤੇ ਸਾਨੂੰ ਵੀ ਕੋਈ ਮੋਨੇਟਰੀ ਬੈਨੀਫਿਟ ਦੇਵੇ। ਅਸੀਂ ਬਿਜਲੀ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੇ ਕਰਦੇ ਪਏ ਹਾਂ ਸਰਕਾਰ ਨੂੰ। ਵੀ ਆਰ ਪੇਇੰਗ ਕਮਰਸ਼ੀਅਲ ਰੇਟਸ, we are under all kind of taxations and there are around 80 to 100 laws which we are abiding। ਹੁਣੇ ਹੀ ਆ ਫਾਇਰ ਲਾਇਸੈਂਸ ਲੈਣ ਲਈ ਫੀਸ 30,000 ਰੁਪਈਆ ਸਾਲ ਦਾ ਕਰ ਦਿੱਤਾ ਗਿਆ। ਸਾਰਾ ਕੁਝ ਸਰਕਾਰ ਹਸਪਤਾਲ ਕਰ ਰਿਹਾ। ਸਰਕਾਰੀ ਅਫਸਰ ਨੇ ਆ ਕੇ ਸਿਰਫ ਚੈਕਿੰਗ ਕਰਨੀ ਹੈ ਵੀ ਇੱਥੇ ਕੀ ਹੈ, ਤੇ ਉਹਦੀ ਫੀਸ ਸਾਡੇ ਕੋਲ 30,000 ਕਰ ਦਿੱਤੀ ਗਈ ਹੈ ਇਸ ਸਾਲ। ਸੋ ਹਰ ਚੀਜ਼ ਦੀ ਕਾਸਟ ਵੱਧ ਰਹੀ ਹੈ, ਤੇ ਸਰਕਾਰੀ ਪ੍ਰਾਈਵੇਟ ਹਸਪਤਾਲਾਂ ਨੇ ਹਸਪਤਾਲ ਚਲਾਉਣੇ ਨੇ, ਆਪਣੇ ਸਾਰੇ ਇੰਪਲੋਈਜ਼ ਨੂੰ, ਸਾਰੇ ਡਾਕਟਰਸ ਨੇ ਵੀ ਆਪਣੀ ਰੋਜ਼ੀ ਰੋਟੀ ਚਲਾਉਣੀ ਹੈ। ਸੋ ਐਵਰੀਥਿੰਗ ਸ਼ੁੱਡ ਬੀ ਟੇਕਨ ਇਨਟੂ ਕੰਸੀਡਰੇਸ਼ਨ। ਤੁਹਾਨੂੰ ਲੱਗਦਾ ਨਹੀਂ ਵੀ ਆਈਐਮਏ ਨੂੰ ਇੱਕ ਇਨੀਸ਼ੀਏਟਿਵ ਲੈਣਾ ਚਾਹੀਦਾ, ਇੱਕ ਪੇਸ਼ੈਂਟ ਤੇ ਡਾਕਟਰ ਰਿਲੇਸ਼ਨਸ਼ਿਪ ਬਿਲਡ ਹੋਣ ਵਾਸਤੇ ਇੱਕ ਕੋਈ ਨਾ ਕੋਈ ਵਿੰਗ ਹੋਣਾ ਚਾਹੀਦਾ, ਜਾਂ ਕੋਈ ਹੈਲਪਲਾਈਨ ਐਸੀ ਹੋਣੀ ਚਾਹੀਦੀ ਜੇ ਕਿਸੇ ਨੂੰ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੈ ਉਹ ਡਾਇਰੈਕਟ ਉੱਥੇ ਗੱਲ ਕਰੇ, ਨਾ ਕਿ ਵਾਇਲੈਂਸ ਕਰੇ? ਦੇਖੋ, ਇਹ ਵਿੰਗਸ ਤੇ ਆਲਰੇਡੀ ਬਣੇ ਹੋਏ ਆ। ਵੀ ਹੈਵ ਅ ਗ੍ਰੀਵੈਂਸ ਸੈੱਲ। The patients can report directly to IMA and there are all many other ਸਾਡੀਆਂ ਹੈਲਥ ਕੇਅਰ ਐਸੋਸੀਏਸ਼ਨਸ ਨੇ ਜਿਹੜਿਆਂ ਨੇ ਇਹ ਵਿੰਗ ਰੱਖੇ ਹੋਏ ਨੇ, ਜਿਹਨੂੰ ਅਸੀਂ ਗ੍ਰੀਵੈਂਸ ਵਿੰਗ ਕਹਿੰਦੇ ਹਾਂ। ਪੇਸ਼ੈਂਟ ਗ੍ਰੀਵੈਂਸ ਵਿੰਗ ਮੈਂ ਤਾਂ ਚਾਹੁੰਦੀ ਹਾਂ ਕਿ ਜਿੱਥੇ ਵੀ ਕਿਤੇ ਕਿਸੇ ਨੂੰ ਪ੍ਰੋਬਲਮ ਹੈਗੀ ਹੈ, ਕਾਈਂਡਲੀ ਗੋ ਵਾਇਆ ਦਾ ਲਾਅ, ਡੋਂਟ ਟੇਕ ਦ ਲਾਅ ਇਨ ਯੋਰ ਹੈਂਡ। ਸਾਡਾ ਸਿਰਫ ਪ੍ਰੋਟੈਸਟ ਇਸ ਲੈਵਲ 'ਤੇ ਹੈ ਕਿ ਕੋਈ ਵੀ ਇਨਸਾਨ ਕਾਨੂੰਨ ਆਪਣੇ ਹੱਥ 'ਚ ਨਾ ਲਵੇ। ਅੱਛਾ ਡਾਕਟਰ ਸਾਹਿਬ, ਕੋਈ ਇਸ ਤਰ੍ਹਾਂ ਦਾ ਫਿਊਚਰ 'ਚ ਤੁਸੀਂ ਕੋਈ ਪਲਾਨ ਕਰ ਰਹੇ ਹੋ ਵੀ ਹਰ ਵਿਧਾਇਕ ਨੂੰ ਜਾਂ ਹਰ ਐਮਪੀ ਨੂੰ, ਜਿੱਥੇ ਜਿੱਥੇ ਤੁਸੀਂ ਲੋਕ ਬੈਠੇ ਹੋ, ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਜਾਏ ਤੇ ਉਹਨਾਂ ਨੂੰ ਦੱਸਿਆ ਜਾਏ ਵੀ ਡਾਕਟਰ ਨੂੰ ਕਿਹੜੀ ਪ੍ਰੋਬਲਮ ਆ ਰਹੀ ਹੈ ਤੇ ਉਹ ਕਿਹੜੀ ਪ੍ਰੋਬਲਮ 'ਚੋਂ ਗੁਜ਼ਰ ਰਿਹਾ ਹੈ? ਦੇਖੋ, ਜਿੱਥੋਂ ਤੱਕ ਸਾਡੇ ਲੋਕਲ ਪੋਲੀਟੀਸ਼ੀਅਨਸ ਹੈ, ਸਾਡੇ ਲੀਡਰਸ ਹੈ,
ਅਸੀਂ ਟਾਈਮ ਬੇ ਟਾਈਮ ਸਾਰਾ ਕੁਝ ਉਹਨਾਂ ਨੂੰ ਨਾਲ ਸ਼ੇਅਰ ਕਰਦੇ ਹਾਂ, ਉਹਨਾਂ ਨੂੰ ਅਗਾਹ ਕਰਦੇ ਹਾਂ, ਕਦੀ ਅਫੀਸ਼ੀਅਲ ਮੈਮੋਰੈਂਡਮ ਦੇ ਥਰੂ ਤੇ ਕਦੀ ਮੇਬੀ ਪਰਸਨਲ ਟਾਕਸ ਦੇ ਥਰੂ, ਐਂਡ ਦੇ ਆਰ ਆਲ ਅਵੇਅਰ ਐਂਡ ਦੇ ਹੈਵ ਸ਼ੋਨ देयर ਸੋਲੀਡੈਰਿਟੀ ਟੂ ਦ ਮੈਡੀਕਲ ਪ੍ਰੋਫੈਸ਼ਨ। ਸਾਡੀ ਜਾਣਕਾਰੀ ਦੇ ਮੁਤਾਬਿਕ ਇੱਥੇ ਪੰਜਾਬ 'ਚ ਐਕਟ ਬਣਿਆ ਹੋਇਆ ਹੈ ਕਿ ਕਿਸੇ ਦੇ ਅਗੇਂਸਟ ਵਾਇਲੈਂਸ ਹੁੰਦੀ ਹੈ ਪੁਲਿਸ ਮਾਮਲਾ ਵੀ ਦਰਜ ਕਰ ਲੈਂਦੀ ਹੈ, ਤੇ ਕਿਆ ਉਹ ਕਿਸੇ ਨਿਸ਼ਕਰਸ਼ ਤੇ ਨਹੀਂ ਪਹੁੰਚਦਾ ਜਾਂ ਕਾਨੂੰਨ ਇਸ ਤਰ੍ਹਾਂ ਦਾ ਹੈ ਵੀ ਤੁਹਾਨੂੰ ਇਨਸਾਫ ਮਿਲਣ ਲੱਗਿਆ ਬਹੁਤ ਟਾਈਮ ਲੱਗ ਜਾਂਦਾ ਹੈ? ਬੇਸਿਕ ਗੱਲ ਹੀ ਇਹੀ ਹੈ ਜੀ, ਇਨਸਾਫ ਮਿਲਣ ਲੱਗਿਆ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। ਉਹਦੇ ਡਾਕਟਰ ਸਾਹਿਬ ਇਕੱਲੇ ਡਾਕਟਰ ਨਹੀਂ ਹੈ ਜੀ, ਜੇ ਅਗੇਂਸਟ ਵਾਇਲੈਂਸ ਹੁੰਦੀ ਤੇ ਉਹਨਾਂ ਨੂੰ ਇਨਸਾਫ ਮਿਲਣ ਟਾਈਮ ਲੱਗਦਾ। ਪੂਰੀ ਦੇਸ਼ ਦੀਆਂ ਕੋਰਟਾਂ ਭਰੀਆਂ ਪਈਆਂ, ਹੋਰ ਵੀ ਕੇਸ ਜਿਹੜੇ ਆ ਰੁਲਦੇ ਪਏ ਨੇ ਕਿਉਂਕਿ ਜੱਜਿਸ ਘੱਟ ਨੇ ਸਾਡੇ ਕੋਲ। ਦੇਖੋ ਇਹਦੇ ਤੇ ਨੈਸ਼ਨਲ ਪਾਲਿਸੀਜ਼ ਹੈ, ਮੈਂ ਸਿਰਫ ਆਪਣੇ ਡਾਕਟਰਾਂ ਬਾਰੇ ਗੱਲ ਕਰ ਸਕਦੀ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਮੈਡੀਕਲ ਪ੍ਰੋਫੈਸ਼ਨ ਨੂੰ ਲੈ ਕੇ ਜਿਹੜੇ ਕੇਸਿਸ ਰਜਿਸਟਰ ਹੁੰਦੇ ਨੇ ਉਹਨਾਂ ਨੂੰ ਫਾਸਟ ਟਰੈਕ ਦੇ ਥਰੂ ਕੀਤਾ ਜਾਵੇ, ਬਿਕੋਜ਼ ਇਹ ਨਾਰਮਲ ਅਫੈਂਸ ਨਹੀਂ ਹੈ। ਇਹਦਾ ਸਾਨੂੰ ਅੱਜ ਨਹੀਂ ਪਤਾ ਲੱਗ ਰਿਹਾ, ਪਰ ਮੇਬੀ ਆਉਣ ਵਾਲੇ 10 ਸਾਲਾਂ 'ਚ ਸਾਨੂੰ ਇਹਦਾ ਪਤਾ ਲੱਗੂਗਾ ਜਦੋਂ ਇੰਡੀਆ ਵਿਲ ਬੀ ਸ਼ਾਰਟ ਆਫ ਗੁੱਡ ਪ੍ਰੋਫੈਸ਼ਨਲਸ, ਗੁੱਡ ਡਾਕਟਰਸ ਆਫ ਟੇਕਿੰਗ ਕੇਅਰ। ਹੁਣੇ ਹੀ ਸਾਨੂੰ ਦੱਸਣ ਲੱਗ ਪਿਆ ਕਿ ਬੱਚੇ ਜਾਣਾ ਨਹੀਂ ਚਾਹੁੰਦੇ ਮੈਡੀਕਲ ਪ੍ਰੋਫੈਸ਼ਨ 'ਚ। ਕਿਉਂ ਨਹੀਂ ਜਾਣਾ ਚਾਹੁੰਦੇ? ਬੱਚਿਆਂ ਨੂੰ ਆਪਣਾ ਫਿਊਚਰ ਦਿਸ ਰਿਹਾ, ਬ੍ਰੇਨ ਡਰੇਨ ਇੰਨਾ ਹੋ ਰਿਹਾ ਸਾਡੇ ਦੇਸ਼ 'ਚ। ਦੋ ਚੀਜ਼ਾਂ, ਇੱਕ ਤਾਂ ਬੱਚੇ ਇਸ ਪ੍ਰੋਫੈਸ਼ਨ 'ਚ ਜਾਣਾ ਨਹੀਂ ਚਾਹੁੰਦੇ, ਇੱਕ ਜਿਹੜੇ ਡਾਕਟਰਸ ਨੇ ਚੰਗੇ ਨੇ ਉਹ ਆਪ ਹੀ ਚਾਹੁੰਦੇ ਨੇ ਕਿ ਸਾਡੇ ਬੱਚੇ ਬਾਹਰ ਚਲੇ ਜਾਣ, ਅਬਰੋਡ ਚਲੇ ਜਾਣ। ਇਹਦੇ ਪਿੱਛੇ ਕੀ ਰੀਜ਼ਨ ਹੈ? ਦੇਖੋ ਇਹ ਤੇ ਟ੍ਰੈਂਡ ਹੀ ਆ ਹੁਣ। ਨੋਬਡੀ, ਮੋਸਟ ਆਫ ਦ ਪੀਪਲ ਦੇ ਡੋਂਟ ਵਾਂਟ ਟੂ ਸੈਟਲ ਇਨ ਦਿਸ ਕੰਟਰੀ ਫॉर obvious ਰੀਜ਼ਨਸ। ਦੇ ਫਾਈਂਡ ਗੁੱਡ ਫਿਊਚਰ ਬਾਹਰ, ਔਰ ਉਹ ਵੀ ਸਾਡਾ ਬ੍ਰੇਨ ਡਰੇਨ ਕਰੀ ਜਾਂਦੇ। ਅਮਰੀਕਾ ਦੇ ਮੇਰੇ ਖਿਆਲ ਬਹੁਤ ਜ਼ਿਆਦਾ ਡਾਕਟਰ ਜਿਹੜੇ ਨੇ ਸਾਡੇ ਇੰਡੀਅਨਸ ਹੈ, ਐਂਡ ਦੇ ਆਰ ਡੂਇੰਗ ਵੈਰੀ ਗੁੱਡ। ਬੜੇ ਬੜੇ ਲਾਇਕ ਬੰਦੇ ਸਾਡੇ ਇੱਥੋਂ ਵਿਦੇਸ਼ਾਂ 'ਚ ਜਾ ਕੇ ਬਹੁਤ ਵਧੀਆ ਤਰ੍ਹਾਂ ਸੈਟਲਡ ਨੇ। ਹਰ ਇਨਸਾਨ ਇੰਨਾ ਕੁ ਤਾਂ ਸੈਲਫਿਸ਼ ਹੁੰਦਾ ਹੀ ਹੈ ਕਿ ਉਹਨੇ ਆਪਣਾ ਫਿਊਚਰ ਦੇਖਣਾ ਹੁੰਦਾ ਹੈ। ਤੁਸੀਂ ਡਾਕਟਰ ਸਾਹਿਬ ਕੁਝ ਹੋਰ ਦੱਸਣਾ ਚਾਹੋ? ਮੇਰੀ ਤਾਂ ਸਰਕਾਰਾਂ ਨੂੰ ਇਹੀ ਰਿਕੁਐਸਟ ਹੈ, ਕਾਈਂਡਲੀ ਲਿਸਨ ਟੂ ਅਸ, ਬੀ ਸੋਸਾਇਟੀ ਫਰੈਂਡਲੀ, ਤੇ ਅਸੀਂ ਵੀ ਸੋਸਾਇਟੀ ਫਰੈਂਡਲੀ ਹਾਂ, ਤੇ ਇਹਨੂੰ ਰਲ ਮਿਲ ਕੇ ਆਪਸ 'ਚ ਕੌਨਫੀਡੈਂਸ ਰੇਜ਼ ਕਰੀਏ। ਤੇ ਮੈਨੂੰ ਤਾਂ ਮੇਰੀ ਤੁਹਾਡੇ ਮੀਡੀਆ ਨੂੰ ਇਹੀ ਰਿਕੁਐਸਟ ਹੈ ਕਿ ਕਾਈਂਡਲੀ ਕੋਈ ਵੀ ਖਬਰ ਲਾਉਣ ਤੋਂ ਪਹਿਲਾਂ ਲੈਟ ਅਸ ਵਰਕ ਟੂਗੈਦਰ ਐਂਡ ਵਰਕ ਫॉर ਬਿਲਡਿੰਗ ਦ ਸੋਸਾਇਟੀ ਇਨ ਦ ਰਾਈਟ ਵੇ। ਇੱਕ ਲਾਸਟ ਸਵਾਲ ਡਾਕਟਰ ਸਾਹਿਬ, ਬਾਬਾ ਰਾਮਦੇਵ ਨੂੰ ਲੈ ਕੇ ਕਾਫੀ ਵਿਵਾਦ ਮਚਿਆ ਸੀਗਾ ਜੀ। ਬਾਬਾ ਜੀ ਨੇ ਉਹ ਕਈ ਜਗ੍ਹਾ ਤੇ FIR ਵਾਸਤੇ ਵੀ ਕੀਤਾ ਗਿਆ, ਅੰਮ੍ਰਿਤਸਰ 'ਚੋਂ ਇਸ ਤਰ੍ਹਾਂ ਦਾ ਕੋਈ ਇਨੀਸ਼ੀਏਟਿਵ ਨਹੀਂ ਲਿਆ ਗਿਆ? ਨਹੀਂ ਜੀ, ਅੰਮ੍ਰਿਤਸਰ ਨੇ ਬਿਲਕੁਲ ਪੰਜਾਬ ਦੇ ਨਾਲ ਇਨੀਸ਼ੀਏਟਿਵ ਲਿਆ ਹੈ, ਤੇ ਪੰਜਾਬ 'ਚ ਡਾਕਟਰ ਦਾਹੀਆ ਜਿਹੜੇ ਨੇ ਉਹ ਉਹਨੂੰ ਰੈਗੂਲਰਲੀ ਫੋਲੋ ਕਰ ਰਹੇ ਨੇ। ਆਈ ਵਿਲ ਨਾਟ ਕਾਲ ਹਿਮ ਬਾਬਾ ਰਾਮਦੇਵ, we all know he is a businessman Ramdev and who is doing everything to promote his business। धन्यवाद हमारे साथ बात करने के लिए थे डॉक्टर अमनदीप कौर, इंडियन मेडिकल एसोसिएशन के अमृतसर की प्रधान है। इनका कहना है बड़ी मांग इनकी जायज़ है कि डॉक्टरों के ऊपर आखिरकार हमले क्यों हो रहे हैं। अगर हमले होते हैं तो उनके लिए एक स्पेशल कोर्ट फास्ट ट्रैक बननी चाहिए, डॉक्टरों को जल्द इंसाफ मिल सके। अब डॉक्टरों के बच्चे यहाँ पर रहना नहीं चाहते हैं या वो डॉक्टर बनना नहीं चाहते हैं। ये आने वाले समय के लिए, देश के लिए बहुत खतरनाक हो सकता है, क्योंकि अगर ब्रेन ड्रेन पहले से होता रहा है, अब और ब्रेन ड्रेन हो रहा है, आने वाले समय में डॉक्टर नहीं बचेंगे। हमारी भी अपने चैनल के माध्यम से यही दरख्वास्त है कि डॉक्टरों की जो मांग है इन्हें सुना जाए और इसके ऊपर एक कमेटी बनाई जाए और कमेटी शीघ्र फैसला ले इनकी कौन सी मांगें हैं उन्हें सही तरीके से मानकर और लागू किया जाए। अमृतसर से D4 न्यूज़ के लिए दीपक भंडारी की खास रिपोर्ट।